ਸਤਿ ਸ਼੍ਰੀ ਅਕਾਲ ਜੀ। ਐਨਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਗੁਰਪ੍ਰੀਤ ਸਿੰਘ ਵੱਲੋਂ ਸਵਾਗਤ ਹੈ। ਬੁਲਟਨ ਦੀ ਸ਼ੁਰੂਆਤ ਕਰਾਂਗੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਖਬਰ ਤੋਂ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵਿਵਾਦਾਂ 'ਚ ਘਿਰਦਾ ਹੋਇਆ ਗਾਇਕ ਸਿੱਧੂ ਮੂਸੇਵਾਲਾ ਦੀਆਂ ਹੁਣ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਮੂਸੇਵਾਲਾ ਖਿਲਾਫ ਇੱਕ ਹੋਰ ਕੇਸ ਦਰਜ ਹੋ ਚੁੱਕਿਆ। ਤੁਹਾਨੂੰ ਦੱਸ ਦਈਏ ਕਿ ਜੋ ਗਾਣਾ ਆਇਆ ਸੀ ਸੰਜੂ ਗੀਤ, ਉਸ ਨੂੰ ਲੈ ਕੇ ਵਿਵਾਦ ਛਿੜ ਗਿਆ। ਨਵੇਂ ਗੀਤ 'ਚ ਹਥਿਆਰਾਂ ਦੀ ਨੁਮਾਇਸ਼ ਕੀਤੀ ਸੀ, ਉਸ ਨੂੰ ਲੈ ਕੇ ਮੋਹਾਲੀ 'ਚ ਕ੍ਰਾਈਮ ਬ੍ਰਾਂਚ ਨੇ ਕੇਸ ਦਰਜ ਕੀਤਾ। ਸੋ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਟੀਵੀ ਸਕਰੀਨ ਦੇ ਉੱਪਰ ਐਨਬੀ ਨਿਊਜ਼ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸੋ ਹਾਲਾਂਕਿ ਜੋ ਬੀਤੇ ਦਿਨੀ ਜੋ ਸਿੱਧੂ ਮੂਸੇਵਾਲਾ ਤੇ ਕੇਸ ਚੱਲ ਰਹੇ ਸਨ ਉਸ 'ਚ ਜ਼ਮਾਨਤ ਮਿਲੀ, ਤਾਂ ਉਸ ਤੋਂ ਬਾਅਦ ਹੁਣ ਇੱਕ ਉਸੇ ਦਿਨ ਹੀ ਸੰਜੂ ਗੀਤ ਨਵਾਂ ਰਿਲੀਜ਼ ਕੀਤਾ ਗਿਆ, ਤਾਂ ਉਸ 'ਤੇ ਹੁਣ ਵਿਵਾਦ ਛਿੜ ਗਿਆ। ਇੱਕ ਹੋਰ ਕੇਸ ਦਰਜ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਨਵੇਂ ਗੀਤ 'ਚ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ ਮੋਹਾਲੀ 'ਚ ਕ੍ਰਾਈਮ ਬ੍ਰਾਂਚ ਨੇ ਕੇਸ ਦਰਜ ਕੀਤਾ। ਸੋ ਲਗਾਤਾਰ ਵਿਵਾਦਾਂ 'ਚ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ। ਸੋ ਜੋ ਨਵਾਂ ਉਹਨਾਂ ਨੇ ਗਾਣਾ ਕੱਢਿਆ ਉਸ ਨੂੰ ਲੈ ਕੇ ਵਿਵਾਦ ਛਿੜ ਗਿਆ। ਨਵੇਂ ਗਾਣੇ 'ਚ ਵੀ ਜੋ ਹਥਿਆਰਾਂ ਦੀ ਨੁਮਾਇਸ਼ ਪ੍ਰਦਰਸ਼ਨੀ ਕੀਤੀ ਗਈ, ਤਾਂ ਉਸ ਤੋਂ ਬਾਅਦ ਜੋ ਕੇਸ ਦਰਜ ਹੈ ਉਹ ਮੋਹਾਲੀ 'ਚ ਕ੍ਰਾਈਮ ਬ੍ਰਾਂਚ ਨੇ ਕਰ ਦਿੱਤਾ। ਸੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਜੋ ਮੁਸ਼ਕਲਾਂ ਨੇ ਹੁਣ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਮੂਸੇਵਾਲਾ ਖਿਲਾਫ ਇੱਕ ਹੋਰ ਕੇਸ ਦਰਜ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਸੰਜੂ ਗੀਤ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ। ਨਵੇਂ ਗੀਤ 'ਚ ਹਥਿਆਰਾਂ ਦੀ ਪ੍ਰਦਰਸ਼ਨੀ ਕੀਤੀ ਗਈ ਹੈ, ਨੁਮਾਇਸ਼ ਕੀਤੀ ਗਈ ਹੈ ਫਿਰ ਤੋਂ। ਸੋ ਮੋਹਾਲੀ 'ਚ ਕ੍ਰਾਈਮ ਬ੍ਰਾਂਚ ਨੇ ਕੇਸ ਦਰਜ ਕੀਤਾ। ਸੋ ਲਗਾਤਾਰ ਵਿਵਾਦਾਂ 'ਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ। ਸੋ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਉਹਨਾਂ ਵੱਲੋਂ ਕਈ ਗੱਲਾਂ ਬਾਤਾਂ ਕਰੀਆਂ ਗਈਆਂ। ਸੋ ਆਪਣੇ ਸਪਸ਼ਟੀਕਰਨ ਵੀ ਰੱਖੇ ਗਏ, ਪਰ ਜੋ ਹੁਣ ਮੁਸ਼ਕਲਾਂ ਨੇ ਉਹ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਨਵਾਂ ਗੀਤ ਆਉਣ ਤੋਂ ਬਾਅਦ ਵਿਵਾਦ ਛਿੜ ਗਿਆ। ਸੋ ਹਥਿਆਰਾਂ ਦੀ ਫਿਰ ਤੋਂ ਪ੍ਰਦਰਸ਼ਨੀ ਕੀਤੀ ਗਈ, ਨੁਮਾਇਸ਼ ਕੀਤੀ ਗਈ ਗਾਣੇ ਦੇ ਅੰਦਰ, ਤਾਂ ਉਸ ਤੋਂ ਬਾਅਦ ਵਿਵਾਦ ਛਿੜਨਾ ਵੀ ਲਾਜ਼ਮੀ ਸੀ। ਤਾਂ ਮੋਹਾਲੀ 'ਚ ਕ੍ਰਾਈਮ ਬ੍ਰਾਂਚ ਨੇ ਕੇਸ ਦਰਜ ਕਰ ਲਿਆ ਉਕਤ ਸਿੱਧੂ ਮੂਸੇਵਾਲਾ ਖਿਲਾਫ। ਸੋ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਗਾਇਕ ਸਿੱਧੂ ਮੂਸੇਵਾਲਾ ਵਿਵਾਦਾਂ 'ਚ ਘਿਰਦੇ ਹੋਏ ਨਜ਼ਰ ਆ ਰਹੇ ਨੇ। ਤਾਜ਼ਾ ਜਾਣਕਾਰੀ ਅਨੁਸਾਰ ਮੋਹਾਲੀ 'ਚ ਕ੍ਰਾਈਮ ਬ੍ਰਾਂਚ ਨੇ ਇੱਕ ਨਵਾਂ ਕੇਸ ਦਰਜ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਹਥਿਆਰਾਂ ਦੀ ਨੁਮਾਇਸ਼ ਕਰਨ ਲਈ, ਪ੍ਰਦਰਸ਼ਨੀ ਕਰਨ ਲਈ ਕੇਸ ਦਰਜ ਕੀਤਾ ਗਿਆ। ਸੋ ਗਾਇਕ ਸਿੱਧੂ ਮੂਸੇਵਾਲਾ ਦੀਆਂ ਹੁਣ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸੋ ਜਾਣਕਾਰੀ ਅਨੁਸਾਰ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ। ਸੰਜੂ ਗੀਤ ਨੂੰ ਲੈ ਕੇ ਸਾਰਾ ਵਿਵਾਦ ਛਿੜਿਆ। ਨਵੇਂ ਗੀਤ 'ਚ ਹਥਿਆਰਾਂ ਦੀ ਨੁਮਾਇਸ਼ ਕੀਤੀ ਗਈ, ਹਥਿਆਰਾਂ ਨੂੰ ਫਿਰ ਤੋਂ ਪ੍ਰਮੋਟ ਕੀਤਾ ਜਾ ਰਿਹਾ। ਤਾਂ ਮੋਹਾਲੀ 'ਚ ਕ੍ਰਾਈਮ ਬ੍ਰਾਂਚ ਨੇ ਕੇਸ ਦਰਜ ਕਰ ਲਿਆ। ਸੋ ਵੱਡੀ ਖਬਰ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਸਿੱਧੂ ਮੂਸੇਵਾਲੇ ਦੀਆਂ ਜੋ ਮੁਸ਼ਕਿਲਾਂ ਨੇ ਉਹ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸੰਜੂ ਗੀਤ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ। ਨਵੇਂ ਗੀਤ 'ਚ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ ਮੋਹਾਲੀ 'ਚ ਕ੍ਰਾਈਮ ਬ੍ਰਾਂਚ ਨੇ ਕੇਸ ਦਰਜ ਕੀਤਾ। ਸੋ ਵੱਡੀ ਖਬਰ ਇਸ ਵੇਲੇ ਦੀ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ। ਸੋ ਮੋਹਾਲੀ 'ਚ ਕ੍ਰਾਈਮ ਬ੍ਰਾਂਚ ਨੇ ਕੇਸ ਦਰਜ ਕਰ ਲਿਆ ਗਿਆ ਸਿੱਧੂ ਮੂਸੇਵਾਲਾ ਦੇ ਖਿਲਾਫ। ਦਰਜ ਕਰ ਲਿਆ ਮੋਹਾਲੀ 'ਚ ਕ੍ਰਾਈਮ ਬ੍ਰਾਂਚ ਨੇ। ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵਿਵਾਦਾਂ 'ਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ।
ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਸ ਦੇ ਨਾਲ ਹੀ ਇਸ ਖਬਰ ਤੇ ਹੋਰ ਵਧੇਰੀ ਜਾਣਕਾਰੀ 'ਚ ਸਾਂਝ ਪਾਉਣਗੇ ਸਾਡੇ ਸੀਨੀਅਰ ਪੱਤਰਕਾਰ ਵਨੀਤ ਕਪੂਰ ਚੰਡੀਗੜ੍ਹ ਤੋਂ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਵਨੀਤ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਗਾਤਾਰ ਵਿਵਾਦਾਂ 'ਚ ਘਿਰਦੇ ਹੋਏ ਨਜ਼ਰ ਆ ਰਹੇ ਨੇ। ਪਹਿਲਾਂ ਹਾਲਾਂਕਿ ਜ਼ਮਾਨਤ ਮਿਲ ਗਈ ਸੀ ਤਾਂ ਉਸ ਤੋਂ ਬਾਅਦ ਉਸੇ ਦਿਨ ਇੱਕ ਨਵਾਂ ਗਾਣਾ ਕੱਢਿਆ, ਉਸ ਦੇ ਵਿੱਚ ਵੀ ਹਥਿਆਰਾਂ ਦੀ ਨੁਮਾਇਸ਼ ਕੀਤੀ ਗਈ, ਪ੍ਰਦਰਸ਼ਨੀ ਕੀਤੀ ਗਈ ਤੇ ਅੱਜ ਮੋਹਾਲੀ ਕ੍ਰਾਈਮ ਬ੍ਰਾਂਚ ਨੇ ਕੇਸ ਦਰਜ ਕਰ ਲਿਆ ਗਿਆ। ਹੋਰ ਕੀ ਜਾਣਕਾਰੀ ਇਸ ਦੇ ਮੁਤਲਕ? बिल्कुल देखो, सीधे तौर पर अगर सिद्धू मूसेवाला की गल करिए तो लगातार सिद्धू मूसेवाला का विवादां नाल नाता आ रहा है, चाहे उन्होंने गाणियां की गल करिए या फिर उन्होंने जिस तरह नाल पिछले दिनों एक वीडियो वायरल हुई सी जिहदे विच AK-47 तो फायर करते हुए नज़र आए सी और 2 FIR जिहड़ी है उन्होंने खिलाफ दर्ज हुई सी। हालांकि उन दोनों मामलों के विच सिद्धू मूसेवाला नूं एंटीसिपेटरी बेल जरूर मिल गई सी, लेकिन उस तो बाद जिहड़ा संजू गाना उन्होंने रिलीज़ किया ਵੱਖ-ਵੱਖ सोशल मीडिया के प्लेटफॉर्म पर और उन्होंने अपने जिहड़ा यूट्यूब चैनल है, ऑफिशियल जिहड़ा यूट्यूब चैनल है उस पर भी उस गाने नूं रिलीज़ किया गया, जिस तो बाद उहदे विच सीधे तौर पर वो हथियारां नूं प्रमोट करते नज़र आ रहे हैं और वही AK-47 वाला सीन जिहड़ा है वो उस गाने दे विच भी नज़र आया, जिस तरह नाल वो AK-47 तो फायर करते हुए नज़र आ रहे सी। ते इसी करके क्राइम ब्रांच ने सिद्धू मूसेवाला के खिलाफ एक FIR दर्ज की है, बुक किया उन्होंने इस मामले के विच जिस तरह नाल लच्चर गायकी नूं प्रमोट कर रहे हैं, हथियारां संबंधित जिहड़े गाने ने उन्होंने प्रमोट कर रहे हैं और इसनूं लैके FIR दर्ज हो चुकी है और छेती जिहड़ी पुलिस है वो हाई कोर्ट भी मूव करेगी ताकि सिद्धू नूं जिहड़ी एंटीसिपेटरी बेल मिली है गल करिए तां पंजाबी गायक जो सिद्धू मूसेवाला ने उस शायद इंज जापदा है कि जो सरकार है जां कानून ने ਜਾਂ ਪ੍ਰਸ਼ਾਸनिक अधिकारी ने उन्होंने टच नहीं जानते, उस तो एक तो बाद एक नवा गाना प्रमोट करते हैं हथियारों के जरिए। कुछ लोग उन्होंने रोल मॉडल के नाँ से भी जो फॉलो करते हैं तो एक जो संदेश आ वो भी गलत जाता समाज के अंदर। हालांकि उन्होंने जो तुलना है संजय दत्त नाल प्रसिद्ध जो नामी अदाकार ने उन्होंने गाने के की गई सिद्धू मूसेवाला वालों, पर उस तो बाद समाज के की मैसेज जाता या पुलिस हुण इस पर होर की सख्त कार्रवाई करती है, क्योंकि जो जमानत मिली वो बिहाफ के उपर सिद्धू मूसेवाला नूं रिलीफ जरूर मिल गई है, पर उस तो बाद जो केस दर्ज होया अज उस तो बाद हुण कार्रवाई की होण दी होर आस है जी? देखो, सीधे तौर पर अगर आप गल करिए कि जिहड़े 2 मामलों के विच सिद्धू मूसेवाला नूं एंटीसिपेटरी बेल मिली है वो 2 मामले जिहड़े ने उहदे विच वो खुद फायर करते नज़र आ रहे हैं। एक दे विच वो कह सकते हैं पिस्टल के नाल फायर करते नज़र आ रहे हैं जिहड़ा शूटिंग रेंज का मामला है, दूजे दे विच वो AK-47 नाल फायर करते नज़र आ रहे हैं। उन दोनों मामलों के विच उन्होंने एंटीसिपेटरी बेल मिली है, लेकिन संजू मामले के विच जिस ढंग दे नाल पंजाब की कैप्टन सरकार ने फैसला लिया सी कि जो भी सिंगर हथियारों तो संबंधित गाने लॉन्च करेगा या फिर इस तरह के गाने बनाएगा, लच्चर गायकी नूं प्रमोट करेगा तो फिर उस दे नाल सख्ती नाल निपटिया जाएगा। और आह गाना जिहड़ा है सीधे तौर पर हथियारों नूं प्रमोशन देने वाला ही गाना है, इस करके सिद्धू मूसेवाला नूं बुक किया गया और छेती इन्वेस्टिगेशन का दौर भी इस मामले दे विच शुरू हो जाएगा और छेती पुलिस जिहड़ी है सिद्धू मूसेवाला तो भी पुछगिछ कर सकती है, क्योंकि लगातार पुलिस की गिरफ्त तो फरार चल रहे सी सिद्धू मूसेवाला जदों पहला उन्होंने 2 मामले दर्ज होंदे ने। हालांकि उस समय पुलिस की कार्यप्रणाली भी सवालों के घेरे दे विच सी, क्योंकि नाभा दे विच सिद्धू मूसेवाला का चलान किया जाता है, लेकिन वो पहला ही 2 मामलों के विच फरार सी, उस समय उन्होंने गिरफ्तार नहीं किया जाता तो किते ना किते पुलिस की कार्यप्रणाली ते सवाल उठे सी। हालांकि हुण सीधे तौर पर ADGP लैवल के अधिकारी जिहड़े ने वो खुद इन्वेस्टिगेशन कर रहे हैं मामले की, तो हो सकता है कि छेती सिद्धू मूसेवाला नूं भी हिरासत दे विच लिता जा सके और उस तो पुछगिछ की जा सके। लेकिन सब तो पहला एक वड्डा सवाल है, जिस तरह नाल तुसीं भी कहा कि पहला गायक होंदे सी जिन्हां दे हत्थां दे विच संगीत तो जुड़े साजो समान होंदे सी, डफली होंदी सी, छैणे होंदे सी, लेकिन हुण सिद्धू मूसेवाला वर्गे जिहड़े सिंगर ने वो हथियारां नूं प्रमोट करते नज़र आ रहे हैं, AK-47 चलाते हुए नज़र आ रहे हैं। और अगर आपां यूथ की गल करिए तो यूथ जिहड़ा है वो सिंगरां नूं आइकॉन मनदा है, उन्हां नूं आइडल मनदा है, उन्हां नूं फॉलो भी करदा है। तो अगर सिद्धू मूसेवाला नूं फॉलो करन वाले लोग भी AK-47 चलाते हुए नज़र आएंगे तो फिर समाज ते की प्रभाव पेगा, तो इहो जिहे सिंगरां नूं भी
ਸੋਚਣਾ ਚਾਹੀਦਾ ਕਿ ਸਮਾਜ ਨੂੰ ਕੀ ਦੇ ਰਹੇ ਨੇ, ਕਿਉਂਕਿ ਉਹਨਾਂ ਨੂੰ ਜਦੋਂ ਲੱਖਾਂ ਲੋਕ ਫੋਲੋ ਕਰਦੇ ਨੇ ਤੇ ਫਿਰ ਉਹਨਾਂ ਦੀ ਇੱਕ ਛਵੀ ਬਣ ਜਾਂਦੀ ਹੈ। ਤੇ ਇਸ ਤਰ੍ਹਾਂ ਦੇ ਗਾਣੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਮਾਜ ਨੂੰ ਵੀ ਭ੍ਰਮਿਤ ਕਰਨ ਦਾ ਕੰਮ ਕਰਦੇ ਨੇ। ਇਸੇ ਕਰਕੇ ਸਰਕਾਰ ਨੇ ਫੈਸਲਾ ਲਿੱਤਾ ਕਿ ਇਸ ਤਰ੍ਹਾਂ ਤੇ ਗਾਣਾ ਤੇ ਇਸ ਤਰ੍ਹਾਂ ਦੀ ਗਾਇਕੀ ਤੇ ਰੋਕ ਲਾਈ ਜਾਏ। ਲੇਕਿਨ ਹੁਣ ਬੁੱਕ ਕੀਤਾ ਗਿਆ, ਵੇਖਣ ਵਾਲੀ ਗੱਲ ਰਹੇਗੀ ਕਿ ਕਿਸ ਤਰ੍ਹਾਂ ਦੀ ਕਾਰਵਾਈ ਸਿੱਧੂ ਮੂਸੇਵਾਲੇ ਦੇ ਖਿਲਾਫ ਪੁਲਿਸ ਕਰਦੀ ਹੋਈ ਨਜ਼ਰ ਆਉਂਦੀ ਹੈ। ਵੀ ਸਵਾਲ ਖੜਾ ਹੁੰਦਾ, ਮੰਨ ਲੈਂਦੇ ਆ ਕਿ ਕਿਸੇ ਵਿਅਕਤੀ ਤੇ ਅਗਰ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਸ ਦੇ ਖਿਲਾਫ ਕੇਸ ਦਰਜ ਹੋ ਜਾਂਦਾ ਹੈ। ਸਿੱਧੂ ਮੂਸੇਵਾਲਾ ਦੇ ਵੀ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ, ਪਰ ਉਸ ਤੋਂ ਬਾਅਦ ਜ਼ਮਾਨਤ ਮਿਲੀ। ਸ਼ਾਇਦ ਸਿੱਧੂ ਮੂਸੇਵਾਲਾ ਨੂੰ ਇੰਜ ਲੱਗਿਆ ਕਿ ਉਸ ਦੀ ਈਗੋ ਹਰਟ ਨਾ ਹੋਏ, ਇਸ ਗੱਲ ਕਰਕੇ ਉਸਨੇ ਉਸੇ ਦਿਨ ਨਵਾਂ ਗਾਣਾ ਕੱਢਿਆ ਤੇ ਉਸ ਦੇ ਵਿੱਚ ਖਾਸ ਤੌਰ ਤੇ ਜੋ ਹਥਿਆਰਾਂ ਦੀ ਪ੍ਰਮੋਟ ਕੀਤਾ ਗਿਆ, ਹਥਿਆਰਾਂ ਨੂੰ, ਤਾਂ ਇੱਕ ਤੁਹਾਨੂੰ ਲੱਗਦਾ ਕਿ ਚੈਲੰਜ ਕੀਤਾ ਜਾ ਰਿਹਾ ਸਿੱਧੂ ਮੂਸੇਵਾਲਾ ਵੱਲੋਂ ਸਰਕਾਰ ਨੂੰ ਵੀ, ਪ੍ਰਸ਼ਾਸਨ ਨੂੰ ਵੀ? ਦੇਖੋ, ਸਿੱਧੇ ਤੌਰ ਤੇ ਇਸ ਨੂੰ ਚੈਲੰਜ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਜਦੋਂ ਮਾਮਲਾ ਕੋਰਟ ਦੇ ਵਿੱਚ ਗਿਆ ਸੀ ਤੇ ਸਿੱਧੂ ਮੂਸੇਵਾਲਾ ਦੇ ਜਿਹੜੇ ਵਕੀਲ ਸੀ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਕਿ AK-47 ਅਸਲ ਨਹੀਂ ਸੀ, ਰੈਪਲੀਕਾ ਸੀ। ਲੇਕਿਨ ਹਾਂ, ਜਿਹੜਾ ਕਹਿ ਸਕਦੇ ਜਿਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ, ਐਡਵੋਕੇਟ ਰਵੀ ਦੀ ਗੱਲ ਕਰੀਏ, ਲਗਾਤਾਰ ਕਹਿੰਦੇ ਨਜ਼ਰ ਆ ਰਹੇ ਸੀ ਕਿ ਰੈਪਲੀਕਾ ਨਹੀਂ ਸੀ, ਓਰੀਜਨਲ ਵੈਪਨ ਦਾ ਇਸਤੇਮਾਲ ਹੋਇਆ ਸੀ। ਤੇ ਸ਼ਾਇਦ ਉਸੇ ਕਰਕੇ ਆਪਣੀ ਉਸੇ ਗੱਲ ਨੂੰ ਸਹੀ ਸਾਬਤ ਕਰਨ ਲਈ ਸੰਜੂ ਗਾਣੇ ਨੂੰ ਛੇਤੀ ਤੋਂ ਛੇਤੀ ਪ੍ਰਮੋਟ ਕੀਤਾ ਗਿਆ, ਰਿਲੀਜ਼ ਕੀਤਾ ਗਿਆ, ਤਾਂ ਕਿ ਪਤਾ ਲੱਗ ਸਕੇ ਕਿ ਕਿਆ ਰੈਪਲੀਕਾ ਵੈਪਨ ਸੀ ਜਾਂ ਫਿਰ ਅਸਲ ਵੈਪਨ ਸੀ ਜਿਸ ਦਾ ਇਸਤੇਮਾਲ ਹੋਇਆ। ਹਾਲਾਂਕਿ ਉਸ ਮਾਮਲੇ ਦੇ ਵਿੱਚ ਜਿਸ ਢੰਗ ਦੇ ਨਾਲ ਪੁਲਿਸ ਮੁਲਾਜ਼ਮ ਉੱਥੇ ਮੌਜੂਦ ਸੀ ਔਰ AK-47 ਇਸਤੇਮਾਲ ਹੋ ਰਹੀ ਹੈ, DSP ਲੈਵਲ ਦੇ ਅਧਿਕਾਰੀ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਉਹਨਾਂ ਤੇ ਵੀ ਕਾਰਵਾਈ ਹੁੰਦੀ ਹੋਈ ਨਜ਼ਰ ਆਉਂਦੀ ਹੈ। ਤੇ ਫਿਰ ਲੱਗਦਾ ਹੈ ਕਿ ਰੈਪਲੀਕਾ ਤੇ ਨਹੀਂ ਸੀ। ਹਾਂ, AK-47 ਜ਼ਰੂਰ ਸੀ, ਲੇਕਿਨ ਪੁਲਿਸ ਲਈ ਵੱਡੀ ਚੁਣੌਤੀ ਹੈ ਕਿ ਇੱਕ ਤੋਂ ਬਾਅਦ ਇੱਕ ਸਿੰਗਰ ਲਗਾਤਾਰ ਅਪਰਾਧ ਕਰਦਾ ਜਾ ਰਿਹਾ, ਲਗਾਤਾਰ ਚੁਣੌਤੀ ਦੇ ਰਿਹਾ ਕਾਨੂੰਨ ਨੂੰ, ਲਗਾਤਾਰ ਅੱਖ ਵੀ ਵਿਖਾ ਰਿਹਾ, ਤੇ ਉਸ ਸਿੰਗਰ ਦੇ ਖਿਲਾਫ ਕਿਸ ਢੰਗ ਦੀ ਕਾਰਵਾਈ ਹੋਏਗੀ। ਗੱਲ ਇਹ ਹੋ ਰਹੀ ਹੈ ਨਾ ਕਿ ਜੇਕਰ ਉਹਨਾਂ ਦੇ ਉੱਪਰ ਕੋਈ, ਜਾਂ ਸਿੱਧੂ ਮੂਸੇਵਾਲਾ ਜਾਂ ਕਿਸੇ ਵਿਅਕਤੀ ਦੇ ਉੱਪਰ ਕੋਈ ਕੇਸ ਦਰਜ ਹੁੰਦਾ ਹੈ ਤਾਂ ਉਸ ਨੂੰ ਦੁਬਾਰਤੀ ਉਹ ਗਲਤੀ ਨੂੰ ਨਾ ਦੁਹਰਾਇਆ ਜਾ ਸਕੇ, ਕਿਉਂਕਿ ਪਹਿਲਾਂ ਹੀ ਕਰੋਨਾ ਮਹਾਮਾਰੀ ਕਰਕੇ ਜੋ ਜ਼ਿਆਦਾ ਲੋਕ ਪ੍ਰਭਾਵਿਤ ਨੇ, ਟੈਨਸ਼ਨ 'ਚ ਨੇ, ਤਾਂ ਉਸ ਤੋਂ ਬਾਅਦ ਜੋ ਸਿੱਧੂ ਮੂਸੇਵਾਲਾ ਵਰਗੇ ਸਿੰਗਰ ਨੇ ਉਹ ਇੱਕ ਤੋਂ ਬਾਅਦ ਇੱਕ ਗਲਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਸ਼ਾਇਦ ਉਹ ਆਪਣੀ ਸੈਲਫ ਸਟੇਟਸ ਨੂੰ ਬਚਾਉਣ ਲਈ ਜਾਂ ਫਿਰ ਜੋ ਆਪਣੇ ਯੂਥ ਉਹਨਾਂ ਨਾਲ ਜੁੜਿਆ ਹੈ ਉਹਨਾਂ ਨੂੰ ਵੀ ਸ਼ਾਇਦ ਸਿੱਧੂ ਮੂਸੇਵਾਲਾ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਮੈਸੇਜ ਦਿੱਤਾ ਗਿਆ ਕਿ ਸਭ ਨੂੰ ਉਹਨਾਂ ਦੇ ਅਕੋਰਡਿੰਗਲੀ ਹੀ ਜਵਾਬ ਦਿਓ ਜੋ ਸਿੱਧੂ ਮੂਸੇਵਾਲਾ ਦੇ ਖਿਲਾਫ ਆਵਾਜ਼ ਚੁੱਕ ਰਹੇ ਨੇ। ਸੋ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜੋ ਪ੍ਰਸ਼ਾਸਨ ਹੈ ਉਸਨੇ ਸਖਤੀ ਨਹੀਂ ਦਿਖਾਈ? ਪਹਿਲਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਨਾਭੇ 'ਚ ਵੀ ਸਿੱਧੂ ਮੂਸੇਵਾਲਾ ਪੁਲਿਸ ਦੀ ਗ੍ਰਿਫਤ 'ਚੋਂ ਇੱਕ ਵਾਰ ਫਿਰ ਤੋਂ ਨਿਕਲ ਗਏ ਸੀ। ਬਿਲਕੁਲ ਉਹੀ ਸਵਾਲ ਹੈ ਨਾ ਕਿ ਕਿਉਂ ਇਸ ਸਿੰਗਰ ਨੂੰ ਸੰਰਕਸ਼ਣ ਦਿੱਤਾ ਜਾ ਰਿਹਾ ਹੈ, ਕਿਉਂ ਇਸ ਦੇ ਖਿਲਾਫ ਸਖਤ ਕਾਰਵਾਈ ਨਹੀਂ ਹੋ ਰਹੀ। ਜਦੋਂ 2 FIRਾਂ ਦਰਜ ਹੋ ਜਾਂਦੀਆਂ, ਆਰਮਜ਼ ਐਕਟ ਜਿਹੜਾ ਉਹ ਸ਼ਾਮਲ ਕਰ ਲਿੱਤਾ ਜਾਂਦਾ ਹੈ। ਸਿੱਧੂ ਮੂਸੇਵਾਲਾ ਦੇ ਘਰੇ ਜਦੋਂ ਪੁਲਿਸ ਜਾਂਦੀ ਹੈ, ਘਰ ਦੇ ਬਾਹਰ ਤਾਲਾ ਲੱਗਿਆ ਮਿਲਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਤਲਾਸ਼ ਸ਼ੁਰੂ ਹੋ ਜਾਂਦੀ ਹੈ। ਔਰ ਨਾਭਾ ਦੇ ਵਿੱਚ ਜਦੋਂ ਪੁਲਿਸ ਨੂੰ ਸਿੱਧੂ ਮੂਸੇਵਾਲਾ ਫੜਿਆ ਜਾਂਦਾ ਹੈ ਤੇ ਫਿਰ ਉਸ ਦਾ ਕੇਵਲ ਚਲਾਨ ਕੀਤਾ ਜਾਂਦਾ, ਉਹਨੂੰ ਹਿਰਾਸਤ ਦੇ ਵਿੱਚ ਨਹੀਂ ਲਿੱਤਾ ਜਾਂਦਾ। ਕਿਆ ਮੈਸੇਜ ਨਹੀਂ ਦਿੱਤਾ ਗਿਆ ਸੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ, ਪੁਲਿਸ ਕਰਮੀਆਂ ਨੂੰ ਜਾਂ ਪੂਰੇ ਸੂਬੇ ਦੀ ਪੁਲਿਸ ਨੂੰ ਕਿ ਹਾਂ ਸਿੱਧੂ ਮੂਸੇਵਾਲਾ ਨੂੰ ਪੁਲਿਸ ਲੱਭ ਰਹੀ ਹੈ ਤੇ ਜਿੱਥੇ ਵੀ ਸਿੱਧੂ ਮੂਸੇਵਾਲਾ ਮਿਲੇ ਉਸ ਨੂੰ ਹਿਰਾਸਤ ਦੇ ਵਿੱਚ ਲਿੱਤਾ ਜਾਏ? ਤਾਂ ਹੀ ਮੈਂ ਕਿਹਾ ਸੀ ਕਿ ਉਸ 2 ਮਾਮਲਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਜਿਹੜੀ ਆ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਕਿ ਕਿਉਂ ਸਖਤ ਕਾਰਵਾਈ ਨਹੀਂ ਕੀਤੀ ਗਈ। ਜੇਕਰ ਤੁਸੀਂ FIR ਦਰਜ ਕੀਤੀ, ਆਰਮਜ਼ ਐਕਟ ਦੇ ਤਹਿਤ ਤੁਸੀਂ FIR ਦਰਜ ਕੀਤੀ ਹੈ ਤੇ ਕਿਉਂ ਬੰਦੇ ਨੂੰ ਹਿਰਾਸਤ ਦੇ ਵਿੱਚ ਨਹੀਂ ਲਿੱਤਾ? ਕਿਉਂਕਿ ਅਗਰ ਆਮ ਬੰਦੇ ਦੇ ਖਿਲਾਫ FIR ਦਰਜ ਹੁੰਦੀ ਹੈ ਤੇ ਫਿਰ ਉਸ ਨੂੰ ਤੁਰੰਤ ਗ੍ਰਿਫਤਾਰ ਵੀ ਕਰ ਲਿੱਤਾ ਜਾਂਦਾ। ਲੇਕਿਨ ਸਿੱਧੂ ਮੂਸੇਵਾਲਾ ਕਿਉਂਕਿ ਇੱਕ ਫੇਮ ਹੈ, ਇੱਕ ਨਾਂ ਹੈ, ਕਿਸ ਦਾ ਸੰਰਕਸ਼ਣ ਸੀ ਉਨ 2 ਮਾਮਲਿਆਂ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਤਾਂ ਕਿ ਉਸ ਦੀ ਗ੍ਰਿਫਤਾਰੀ ਨਹੀਂ ਹੋਈ। ਔਰ ਹੁਣ ਵੀ ਬੁੱਕ ਕੀਤਾ ਗਿਆ, ਹੁਣ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ? ਐਂਟੀਸਪੇਟਰੀ ਬੇਲ ਜਿਹੜੀ ਹੈ ਉਹ ਕੈਂਸਲ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਹਾਈ ਕੋਰਟ ਜਾਵਾਂਗੇ, ਐਂਟੀਸਪੇਟਰੀ ਬੇਲ ਜਿਹੜੀ ਹੈ ਰੱਦ ਕਰਾਵਾਂਗੇ। ਲੇਕਿਨ ਲਗਾਤਾਰ ਆ ਸਿੰਗਰ ਜਿਹੜਾ ਆਫੈਂਸ ਤੇ ਆਫੈਂਸ ਕਰਦਾ ਜਾ ਰਿਹਾ ਤੇ ਫਿਰ ਕਿਉਂ ਪੁਲਿਸ ਵੀ ਔਰ ਸਰਕਾਰ ਵੀ ਇਸ ਦੇ ਉੱਪਰ ਦਰਿਆਦਲੀ ਦਿਖਾਏ ਹੋਇਆ ਰਹਿਮ ਕਰ ਰਹੀ ਹੈ? ਕਿਉਂ ਇਸ ਦੇ ਖਿਲਾਫ ਸਖਤ ਐਕਸ਼ਨ ਨਹੀਂ ਲੈਂਦੀ? ਕਿਉਂਕਿ ਹੋਰ ਵੀ ਕਈ ਸਿੰਗਰਾਂ ਦੇ ਖਿਲਾਫ ਸਖਤ ਐਕਸ਼ਨ ਹੁੰਦੇ ਹੋਏ ਨਜ਼ਰ ਆਏ ਨੇ ਤੇ ਫਿਰ ਸਿੱਧੂ ਮੂਸੇਵਾਲਾ ਦੇ ਵਿੱਚ ਇਹੋ ਜਿਹਾ ਕੀ ਖਾਸ ਹੈ, ਕਿਸ ਦਾ ਇਸ ਨੂੰ ਸੰਰਕਸ਼ਣ ਮਿਲਿਆ ਹੈ? ਇਹ ਇੱਕ ਵੱਡਾ ਸਵਾਲ ਬਣਦਾ ਜਾ ਰਿਹਾ ਹੈ ਜੀ। ਬਿਲਕੁਲ ਵਨੀਤ, ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਇੱਕ ਤੋਂ ਬਾਅਦ ਇੱਕ ਗਲਤੀ ਜਦੋਂ ਬੰਦਾ ਕਰਦਾ ਤਾਂ ਉਹਨੂੰ ਹਾਲਾਂਕਿ ਸੁਧਾਰਨ ਦਾ ਮੌਕਾ ਦਿੱਤਾ ਜਾਂਦਾ ਹੈ। ਹਾਲਾਂਕਿ ਹੁਣ ਕੋਰਟ ਵੱਲੋਂ ਵੀ ਜ਼ਮਾਨਤ ਮਿਲੀ ਹੈ ਤਾਂ ਗਲਤੀ ਸੁਧਾਰਨ ਦਾ ਮੌਕਾ ਜ਼ਰੂਰ ਮਿਲਿਆ, ਪਰ ਉਸ ਤੋਂ ਬਾਅਦ ਹੀ ਉਸੇ ਦਿਨੇ ਜੋ ਨਵਾਂ ਗਾਣਾ ਲਾਂਚ ਕੀਤਾ ਗਿਆ ਉਸ ਦੇ ਵਿੱਚ ਵੀ ਹਥਿਆਰ ਦੀ ਜੋ ਵਰਤੋਂ ਕੀਤੀ ਗਈ। ਆਖਿਰ ਕੀ ਸੇਧ ਲਈ ਹੈ ਜੋ ਕੇਸ ਦਰਜ ਹੋਇਆ ਸੀ ਸਿੱਧੂ ਮੂਸੇਵਾਲਾ ਨੇ? ਉਸ ਬਾਰੇ ਸ਼ਾਇਦ ਸਿੱਧੂ ਮੂਸੇਵਾਲਾ ਹੀ ਵਧੀਆ ਦੱਸ ਸਕਦਾ ਹੈ।